Hello students, today topic is transmission system. ਇਹਦੇ ਵਿੱਚ ਆਪਾਂ ਪੜਾਂਗੇ ਲੇਆਊਟ ਆਫ ਇਲੈਕਟ੍ਰੀਕਲ ਸਿਸਟਮ ਦਾ ਕੀ ਲੇਆਊਟ ਹੈਗਾ ਉਹ ਆਪਾਂ ਡਿਸਕਸ ਕਰਨਾ ਹੈਗਾ। ਲੇਆਊਟ ਆਫ ਪਾਵਰ ਸਿਸਟਮ ਦੇਖੋ, ਇਹਦੇ ਵਿੱਚ ਤੁਸੀਂ ਇੱਕ ਡਾਇਗਰਾਮ ਦੇਖ ਰਹੇ ਹੋ ਤੇ ਸਾਈਡ ਤੇ ਆਪਾਂ ਪਹਿਲਾਂ ਪੜ੍ਹਦੇ ਹਾਂ ਕੀ ਹੁੰਦਾ। ਦ ਡਾਇਗਰਾਮ ਵੀ ਸ਼ੋਜ਼ ਜਨਰੇਸ਼ਨ ਕੀ ਹੁੰਦਾ ਮਤਲਬ ਪਾਵਰ ਸਿਸਟਮ। layout of power system की है। The diagram which shows generation, transmission and distribution of electric power is called electric power layout of electric power system। मतलब वो layout ਜਿਹਦੇ ਵਿੱਚ ਆਪਾਂ ਨੂੰ ਪੂਰੇ ਸਿਸਟਮ ਦੀ ਜਨਰੇਸ਼ਨ, ਟਰਾਂਸਮਿਸ਼ਨ ਤੇ ਡਿਸਟ੍ਰੀਬਿਊਸ਼ਨ ਪਤਾ ਲੱਗ ਜਾਏ, ਉਹਨੂੰ ਆਪਾਂ ਕਹਿੰਦੇ ਆ ਪਾਵਰ ਸਿਸਟਮ ਲੇਆਊਟ। ਇਹਦੇ ਵਿੱਚ ਦੇਖੋ ਡਾਇਗਰਾਮ ਸਭ ਤੋਂ ਉੱਪਰ ਟੌਪ ਤੇ ਜਨਰੇਟਿੰਗ ਸਟੇਸ਼ਨ, ਜਿੱਥੇ ਆਪਾਂ ਪਾਵਰ ਜਨਰੇਟ ਕਰਨੀ ਹੈਗੀ ਆ। ਇਹ ਪਾਵਰ ਆਪਾਂ 11 kV ਔਰ ਮੇਬੀ ਇਸ ਤੋਂ ਜ਼ਿਆਦਾ ਵੀ ਕਰ ਸਕਦੇ ਹਾਂ। ਕਈ ਕੰਡੀਸ਼ਨਸ ਆਪਾਂ ਜ਼ਿਆਦਾ ਵੋਲਟੇਜ ਜਨਰੇਟ ਕਰ ਲੈਂਦੇ ਹਾਂ। ਨਾਰਮਲੀ ਆਪਾਂ 11 kV ਜਨਰੇਟ ਕਰਦੇ ਹਾਂ। 11 kV ਜਨਰੇਟ ਕਰਕੇ ਨਾਲ ਹੀ ਉੱਥੇ ਜਨਰੇਟਿੰਗ ਸਟੇਸ਼ਨ ਦੇ ਵਿੱਚ ਇੱਕ ਪਾਵਰ ਸਬ ਸਟੇਸ਼ਨ ਬਣਿਆ ਹੋਇਆ, ਉਹ ਸਬ ਸਟੇਸ਼ਨ 'ਤੇ ਆਪਾਂ ਇਸ ਵੋਲਟੇਜ ਨੂੰ ਅਪ ਕਰਦੇ ਹਾਂ। ਪੂਰੇ ਸਿਸਟਮ 'ਚ ਇੱਕੋ ਇੱਕ ਜਗ੍ਹਾ 'ਤੇ ਸਟੈਪ ਅਪ ਟਰਾਂਸਫਾਰਮਰ ਲੱਗਾ ਹੁੰਦਾ, ਜਿਹੜਾ ਕਿ ਬਿਲਕੁਲ ਜਨਰੇਟਿੰਗ ਸਟੇਸ਼ਨ ਦੇ ਨਾਲ ਹੀ ਅਟੈਚ ਹੁੰਦਾ, ਕਹਿ ਸਕਦੇ ਹੋ ਤੁਸੀਂ। ਉਹ ਦੈਟ ਇਜ਼ ਅ ਪਾਰਟ ਆਫ ਜਨਰੇਟਿੰਗ ਸਟੇਸ਼ਨ। ਹੁਣ ਇੱਥੋਂ 11 kV ਤੋਂ ਆਪਾਂ ਅਪ ਕੀਤੀ ਵੋਲਟੇਜ 132 kV। ਹੁਣ ਇਸ ਜਨਰੇਟਿੰਗ ਸਟੇਸ਼ਨ ਤੋਂ 132 kV ਜਾਂ 220 kV ਜਾਂ 400 kV ਜਾਂ 750 kV ਜਿੰਨੀ ਵੋਲਟੇਜ ਆਪਾਂ ਲੈ ਕੇ ਜਾਣੀ ਹੈ ਡਿਸਟੈਂਸ ਮੁਤਾਬਕ ਪਲੱਸ ਪਾਵਰ ਮੁਤਾਬਕ, ਉਨੀ ਆਪਾਂ ਵੋਲਟੇਜ ਇੱਥੇ ਅਪ ਕਰਕੇ ਲਾਈਨ ਨੂੰ ਚਲਾਉਂਦੇ ਆ। ਇਹ ਜਿਹੜੀ ਹੁਣ 132 kV ਦੀ ਲਾਈਨ ਥੱਲੇ ਨੂੰ ਜਾ ਰਹੀ ਹੈ, ਦੇਖੋ ਥੱਲੇ ਵਾਲੇ ਪਾਸੇ ਨੂੰ ਜਾਣਾ ਆਪਾਂ, ਤਾਂ ਜਿੱਥੇ 132 kV / 33 kV ਲਿਖਿਆ ਇੱਥੇ ਤੱਕ ਦੀ ਲਾਈਨ ਨੂੰ ਆਪਾਂ ਕਹਿੰਦੇ ਆ ਪ੍ਰਾਇਮਰੀ ਟਰਾਂਸਮਿਸ਼ਨ। ਮਤਲਬ 132 kV 220 kV 400 kV ਤੋਂ ਉੱਪਰਲੀ ਜਿਹੜੀ ਵੋਲਟੇਜ ਵਗੈਰਾ ਜਿਹੜੀ ਆਪਾਂ ਟਰਾਂਸਮਿਟ ਕਰਦੇ ਆ, ਜਿੱਥੇ ਤੱਕ ਲੈ ਕੇ ਜਾਂਦੇ ਉਸ ਵੋਲਟੇਜ ਨੂੰ, ਪੂਰੀ ਲਾਈਨ ਨੂੰ ਆਪਾਂ ਪ੍ਰਾਇਮਰੀ ਟਰਾਂਸਮਿਸ਼ਨ ਕਹਿ ਦਿੰਦੇ ਆ। ਹੁਣ ਆ ਗਈ ਅੱਗੇ ਰਿਸੀਵਿੰਗ ਸਟੇਸ਼ਨ। ਹੁਣ ਇੱਥੇ ਆਪਾਂ ਪਾਵਰ ਰਿਸੀਵ ਕੀਤੀ 132 kV ਦੇ ਉੱਤੇ। ਹੁਣ ਆਪਾਂ ਇੱਥੇ ਇੱਕ ਟਰਾਂਸਫਾਰਮਰ ਲਗਾਤਾ। ਹੁਣ ਇੱਥੇ ਦੇਖੋ ਸਟੈਪ ਡਾਊਨ ਕੀਤੀ ਆ ਵੋਲਟੇਜ ਵਿੱਚ, ਸਟੈਪ ਡਾਊਨ ਟੂ 33 kV ਔਰ 66 kV। ਹੁਣ 132 kV ਦੀ ਲਾਈਨ ਆਈ ਸੀ, ਇੱਥੇ ਆਣ ਕੇ ਆਪਾਂ ਇਹਨੂੰ ਸਟੈਪ ਡਾਊਨ ਕੀਤਾ 33 kV ਦੇ ਵਿੱਚ ਜਾਂ 66 kV, ਜਿੱਦਾਂ ਦੀ ਸਾਡੀ ਰਿਕੁਆਇਰਮੈਂਟ ਆ, ਜਿੰਨਾ ਡਿਸਟੈਂਸ ਆ, ਜਿੰਨੀ ਪਾਵਰ ਆ, ਉਸ ਸਿਸਟਮ ਦਾ ਆਪਾਂ ਇਹਨੂੰ ਸਟੈਪ ਡਾਊਨ ਕਰ ਲਿਆ। ਹੁਣ ਇਹ ਜਿਹੜੀ ਲਾਈਨ 33 kV, ਇਸ ਤੋਂ ਫਰਦਰ ਸੈਕਿੰਡ ਟਰਾਂਸਫਾਰਮਰ ਤੋਂ ਥੱਲੇ ਜਿਹੜੀ ਲਾਈਨ ਜਾਂਦੀ ਆ, ਇਹ 33 kV ਦੀ ਲਾਈਨ ਆ। ਇਸ 33 kV ਵਾਲੀ ਲਾਈਨ ਨੂੰ ਆਪਾਂ ਕਿਹੜੀ ਲਾਈਨ ਕਹਾਂਗੇ? ਸੈਕੰਡਰੀ ਟਰਾਂਸਮਿਸ਼ਨ। मतलब प्राइमरी ट्रांसमिशन हो गई 132 kV 220 kV ਤੇ 400 kV। ਹੁਣ ਉਸ ਤੋਂ ਬਾਅਦ ਸੈਕੰਡਰੀ ਟਰਾਂਸਮਿਸ਼ਨ ਹੋ ਗਈ 33 kV ਤੇ 66 kV। ਇਸ ਤੋਂ ਬਾਅਦ ਸ਼ੁਰੂ ਹੋ ਜਾਂਦੀ ਆ ਡਿਸਟ੍ਰੀਬਿਊਸ਼ਨ। ਹੁਣ 33 kV ਦੀ ਲਾਈਨ ਥੱਲੇ ਆਈ, ਤੀਜਾ ਟਰਾਂਸਫਾਰਮਰ ਸੈੱਟ ਦੇਖੋ, ਉੱਥੇ ਆਣ ਕੇ ਉਹ 33 kV / 11 kV ਲਿਖਿਆ ਹੋਇਆ। ਇਹਦਾ ਮਤਲਬ 33 kV ਦੀ ਲਾਈਨ ਤੋਂ ਬਾਅਦ ਆਪਾਂ ਇਹਨੂੰ 11 kV ਦੇ ਵਿੱਚ ਕਨਵਰਟ ਕੀਤਾ, ਸਟੈਪ ਡਾਊਨ ਕੀਤਾ ਇਸ ਸਬ ਸਟੇਸ਼ਨ ਦੇ ਉੱਤੇ। ਔਰ ਇਸ ਤੋਂ ਬਾਅਦ ਜਿਹੜੀ 11 kV ਦੀ ਲਾਈਨ ਅੱਗੇ ਤੱਕ ਜਾ ਰਹੀ ਹੈ, ਉਹਨੂੰ ਆਪਾਂ ਕਹਿੰਦੇ ਆ ਪ੍ਰਾਇਮਰੀ ਡਿਸਟ੍ਰੀਬਿਊਸ਼ਨ। ਮਤਲਬ ਹੁਣ ਆਪਾਂ ਜਿੱਦਾਂ ਕਹਿ ਲਓ ਵੀ ਮੇਨ ਕਿਸੇ ਪਾਵਰ ਹਾਊਸ ਤੋਂ ਆਪਾਂ ਸਪਲਾਈ ਲਿਆਂਦੀ, ਪਹਿਲਾਂ ਸ਼ਹਿਰ ਦੇ ਬਾਹਰਲੇ ਪਾਸੇ ਲੈ ਕੇ ਆਏ ਪਾਵਰ ਨੂੰ, ਉਹ ਆਪਾਂ 132 kV ਦੇ ਲਾਈਨ ਹੁਣ ਸ਼ਹਿਰ ਦੇ ਅੰਦਰ ਘੁਮਾਉਣਾ, ਜਾਂ ਕਹਿ ਲਓ ਸ਼ਹਿਰ ਦੇ ਹੋਰ ਅੰਦਰ ਥੋੜ੍ਹਾ ਲੈ ਕੇ ਜਾਣਾ, ਤਾਂ ਆਪਾਂ 66 kV ਤੱਕ ਲੈ ਆਉਂਦੇ ਹਾਂ। ਹੁਣ ਉਸ ਤੋਂ ਬਾਅਦ ਆਪਾਂ ਕਿਉਂਕਿ ਉਸ ਲਾਈਨ ਨੂੰ ਆਪਾਂ ਕੰਜ਼ਿਊਮਰ ਤੱਕ ਪਹੁੰਚਾਉਣਾ, ਕੋਈ ਇੰਡਸਟਰੀ ਦੇ ਵਿੱਚ, ਕੋਈ ਇੰਸਟੀਟਿਊਸ਼ਨ ਦੇ ਵਿੱਚ, ਤਾਂ ਆਪਾਂ ਨੂੰ 11 kV ਦੀ ਲਾਈਨ ਚਾਹੀਦੀ ਆ। ਤਾਂ ਵੋਲਟੇਜ ਘਟ ਗਈ, ਪਾਵਰ ਸੇਮ ਆ, ਪਾਵਰ ਨਹੀਂ ਘਟੀ, ਪਾਵਰ ਸੇਮ ਰਹਿਣੀ ਆ, ਬਟ ਵੋਲਟੇਜ ਘਟਦੀ ਵੱਧਦੀ ਆ ਔਰ ਕਰੰਟ ਘਟਦਾ ਵੱਧਦਾ। ਵੋਲਟੇਜ ਘੱਟ ਹੋਏਗੀ ਤਾਂ ਕਰੰਟ ਜ਼ਿਆਦਾ ਹੋ ਜਾਏਗਾ, ਜੇ ਵੋਲਟੇਜ ਜ਼ਿਆਦਾ ਹੋਏਗੀ ਤਾਂ ਕਰੰਟ ਘਟ ਜਾਏਗਾ। ਹੁਣ ਆਪਾਂ 11 kV ਤੇ ਇਸ ਲਾਈਨ ਨੂੰ ਅੱਗੇ ਤੋਰਿਆ, ਦੇਖੋ ਤੀਜੇ ਟਰਾਂਸਫਾਰਮਰ ਤੋਂ ਚੌਥੇ ਟਰਾਂਸਫਾਰਮਰ ਤੱਕ ਲੈ ਕੇ ਗਏ, ਇਹਨੂੰ ਆਪਾਂ ਕਹਾਂਗੇ ਪ੍ਰਾਇਮਰੀ ਡਿਸਟ੍ਰੀਬਿਊਸ਼ਨ। ਹੁਣ ਇਹਦਾ ਮਤਲਬ ਪ੍ਰਾਇਮਰੀ ਡਿਸਟ੍ਰੀਬਿਊਸ਼ਨ ਦੀ ਵੋਲਟੇਜ ਕਿੰਨੀ ਹੋ ਗਈ? 11 kV। ਹੁਣ ਆਪਾਂ ਕਿ ਥੱਲੇ ਹੈ ਦੇਖੋ 11 kV / 415 kV ਲਾਸਟ ਐਂਡ ਵਾਲਾ ਜਿਹੜਾ ਇੱਥੇ ਆਪਾਂ ਜਿਹੜਾ ਟਰਾਂਸਫਾਰਮਰ ਰੱਖਾਂਗੇ, ਉਹ ਆਪਾਂ ਰੱਖਾਂਗੇ ਕਿਹੜਾ? ਡੈਲਟਾ ਸਟਾਰ। मतलब क्योंकि ਹੁਣ ਕੰਜ਼ਿਊਮਰ ਆ ਗਿਆ, ਦੇਖੋ ਕੰਜ਼ਿਊਮਰ ਨੂੰ ਆਪਾਂ 220 ਵੀ ਦੇਣੀ ਆ ਤੇ 440 ਵੀ ਦੇਣੀ ਵੋਲਟੇਜ। ਇਸ ਕਰਕੇ ਆਪਾਂ ਤੇ ਡੈਲਟਾ ਪ੍ਰਾਇਮਰੀ ਸਾਈਡ ਤੇ ਸੈਕੰਡਰੀ ਸਾਈਡ ਹੋਏਗੀ ਸਟਾਰ ਦੇ ਵਿੱਚ ਆਪਾਂ ਨਿਊਟਰਲ ਦੇ ਕੇ ਇਹ ਫਰਦਰ ਡਿਸਟ੍ਰੀਬਿਊਸ਼ਨ ਕਰਾਂਗੇ। ਇਹਨੂੰ ਆਪਾਂ ਕਹਾਂਗੇ ਸੈਕੰਡਰੀ ਡਿਸਟ੍ਰੀਬਿਊਸ਼ਨ। ਸੈਕੰਡਰੀ ਡਿਸਟ੍ਰੀਬਿਊਸ਼ਨ ਜਾਊਗੀ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਤੋਂ ਲੈ ਕੇ ਕੰਜ਼ਿਊਮਰ ਤੱਕ, ਇਹ ਸਾਰੀ ਜਿੰਨੀ ਵੀ ਆਪਾਂ ਇਹ ਕਰਦੇ ਆ ਸਪਲਾਈ, ਉਹਨੂੰ ਆਪਾਂ ਕਹਿੰਦੇ ਆ ਸੈਕੰਡਰੀ ਡਿਸਟ੍ਰੀਬਿਊਸ਼ਨ। ਹੁਣ ਅਗਰ ਤੁਹਾਨੂੰ ਆਪਾਂ ਇੱਕ ਵਾਰੀ ਫੇਰ ਰਿਪੀਟ ਕਰੀਏ ਤਾਂ ਸਟਾਰਟਿੰਗ ਵਿੱਚ ਚੱਲੀਏ, ਜਨਰੇਟਿੰਗ ਸਟੇਸ਼ਨ ਤੇ ਸਟੈਪ ਅਪ ਟਰਾਂਸਫਾਰਮਰ, ਇਹ ਇਟ ਇਜ਼ ਅ ਪਾਰਟ ਆਫ ਜਨਰੇਟਿੰਗ ਸਟੇਸ਼ਨ। ਇਸ ਕਰਕੇ ਇਹਦੀ ਆਪਾਂ 11 kV ਸਪਲਾਈ ਨੂੰ ਸਟੈਪ ਅਪ ਕੀਤਾ 132 kV ਤੱਕ। ਇਸ ਤੋਂ 132 kV ਜਾਂ 220 kV ਜਾਂ 400 ਮੀਨਸ 130 to 220 ਔਰ 400 kV ਜਿਹੜੀ ਵੋਲਟੇजेस ਆਪਾਂ ਜਿਹੜੀਆਂ ਟਰਾਂਸਮਿਟ ਕਰਨੀਆਂ,
ਉਹਨੂੰ ਆਪਾਂ ਕਹਿੰਦੇ ਆ ਪ੍ਰਾਇਮਰੀ ਟਰਾਂਸਮਿਸ਼ਨ। ਹੁਣ ਪ੍ਰਾਇਮਰੀ ਟਰਾਂਸਮਿਸ਼ਨ ਤੋਂ ਅੱਗੇ ਸ਼ੁਰੂ ਹੁੰਦੀ ਹੈ ਸੈਕੰਡਰੀ ਟਰਾਂਸਮਿਸ਼ਨ। ਸੈਕੰਡਰੀ ਟਰਾਂਸਮਿਸ਼ਨ ਦੇ ਵਿੱਚ ਆਪਾਂ ਵੋਲਟੇਜ ਜਿਹੜੀ 132/33 kV ਮੀਨਸ ਆਪਾਂ 33 kV ਔਰ 66 kV ਤੇ ਆਪਾਂ ਵੋਲਟੇਜ ਜਿਹੜੀ ਆ ਸਟੈਪ ਡਾਊਨ ਕਰ ਲਈ, ਔਰ ਇਹ ਜਿਹੜੀ ਲਾਈਨ ਜਾਂਦੀ ਹੈ ਇਹਨੂੰ ਆਪਾਂ ਕਹਿੰਦੇ ਆ ਸੈਕੰਡਰੀ ਟਰਾਂਸਮਿਸ਼ਨ। ਹੁਣ ਸੈਕੰਡਰੀ ਟਰਾਂਸਮਿਸ਼ਨ ਤੋਂ ਬਾਅਦ ਸ਼ੁਰੂ ਹੁੰਦੀ ਹੈ ਡਿਸਟ੍ਰੀਬਿਊਸ਼ਨ। ਪਹਿਲੀ ਡਿਸਟ੍ਰੀਬਿਊਸ਼ਨ ਹੋਏਗੀ ਪ੍ਰਾਇਮਰੀ ਡਿਸਟ੍ਰੀਬਿਊਸ਼ਨ, ਔਰ ਇਹਦੀ ਵੋਲਟੇਜ ਹੋਗੀ 33 ਜਾਂ 66/11 kV। ਹੁਣ 11 kV ਦੀ ਜਿਹੜੀ ਜਿੰਨੀ ਵੀ ਲਾਈਨ 11 kV ਦੇ ਆਪਣੇ ਮਹੱਲੇ ਗਲੀਆਂ ਮਹੱਲਿਆਂ ਦੇ ਵਿੱਚ ਜਾਂ ਕਿਤੇ ਮੇਨ ਰੋਡ ਦੇ ਉੱਤੇ ਜਾ ਰਹੀ ਆ, ਦੈਟ ਇਜ਼ ਪ੍ਰਾਇਮਰੀ ਡਿਸਟ੍ਰੀਬਿਊਸ਼ਨ। ਉਹ ਪ੍ਰਾਇਮਰੀ ਡਿਸਟ੍ਰੀਬਿਊਸ਼ਨ ਕੀਤੀ ਹੋਈ ਆ, ਘਰਾਂ ਦੇ ਵਿੱਚ ਡਾਇਰੈਕਟ ਸਪਲਾਈ ਨਹੀਂ ਜਾ ਰਹੀ, ਉਹ ਇੱਕ ਪ੍ਰਾਇਮਰੀ ਡਿਸਟ੍ਰੀਬਿਊਸ਼ਨ ਆ। ਕਈ ਵਾਰੀ ਆਪਾਂ ਦੇਖੋ ਚੌਂਕ, ਆਪਾਂ ਆਪਣੇ ਘਰ ਦੇ ਲਾਗੇ ਕੋਈ ਚੌਂਕ ਹੁੰਦਾ, ਉਹ 'ਚ ਪੋਲ ਮਾਊਂਟਨ ਟਰਾਂਸਫਾਰਮਰ ਲੱਗਾ ਹੋਇਆ, ਉਹਦੇ 'ਚ ਇੱਕ ਟਰਾਂਸਫਾਰਮਰ ਜਿਹੜਾ ਪਿਆ, ਉਸ ਟਰਾਂਸਫਾਰਮਰ ਦੀ ਜਿਹੜੀ ਪ੍ਰਾਇਮਰੀ ਹੈ ਉਹ ਪ੍ਰਾਇਮਰੀ ਡਿਸਟ੍ਰੀਬਿਊਸ਼ਨ ਵੱਲੋਂ ਆ ਰਹੀ ਹੈ, ਤੇ ਜਿਹੜੀ ਸੈਕੰਡਰੀ ਬਣ ਜਾਂਦੀ ਹੈ ਦੈਟ ਇਜ਼ ਦਾ ਸੈਕੰਡਰੀ ਡਿਸਟ੍ਰੀਬਿਊਸ਼ਨ। ਮੀਨਸ ਵੋਲਟੇਜ ਸਟੈਪ ਡਾਊਨ ਕਰਕੇ ਲਾਸਟ ਵਿੱਚ ਆਪਾਂ ਜਿਹੜੀ 440/220 kV 220 ਵੋਲਟਸ ਜਿਹੜੇ ਜਾਂਦੇ ਹੈਗੇ ਆ, ਉਹਨੂੰ ਆਪਾਂ ਕਹਿੰਦੇ ਆ ਸੈਕੰਡਰੀ ਡਿਸਟ੍ਰੀਬਿਊਸ਼ਨ। ਇਸ ਤਰ੍ਹਾਂ ਇਹ ਕੰਜ਼ਿਊਮਰ ਨੂੰ ਸਪਲਾਈ ਜਾਂਦੀ ਆ। ਇਹ ਪੂਰੀ ਡਾਇਗਰਾਮ ਨੂੰ ਆਪਾਂ ਕਹਿ ਸਕਦੇ ਹਾਂ ਲੇਆਊਟ ਆਫ ਪਾਵਰ ਸਿਸਟਮ। ਹੁਣ ਦੇਖੋ ਆਪਾਂ ਇਹਦੀ ਡਿਟੇਲ ਪੜ੍ਹਦੇ ਹਾਂ। ਡਿਟੇਲ ਵੀ ਉਹੀ ਚੀਜ਼ ਆ ਜੋ ਮੈਂ ਡਾਇਗਰਾਮ 'ਚ ਸਮਝਾਈ ਆ, ਪਰ ਫਿਰ ਵੀ ਚਲੋ ਆਪਾਂ ਇਹਨੂੰ ਪੜ੍ਹਦੇ ਹਾਂ। ਦੇਖੋ, ਇਲੈਕਟ੍ਰੀਕਲ એનર્ਜੀ after being produced at generating station is transmitted to the consumers for utilization। मतलब इलेक्ट्रिक एनर्जी ਆਪਾਂ ਪ੍ਰੋਡਿਊਸ ਕਰਕੇ ਕੰਜ਼ਿਊਮਰ ਤੱਕ ਪਹੁੰਚਾਉਣੀ ਹੈ, ਟਰਾਂਸਮਿਟ ਕਰਦੇ ਹਾਂ। ਦਿਸ ਇਜ਼ ਡਿਊ ਟੂ ਦਾ ਫੈਕਟ ਦੈਟ ਜਨਰੇਟਿੰਗ ਸਟੇਸ਼ਨ ਆਰ ਯੂਜ਼ਲੀ ਸਿਚੁਏਟਡ ਅਵੇ ਫਰੋਮ ਦਾ ਲੋਡ ਸੈਂਟਰਸ। ਹੁਣ ਆਮ ਤੌਰ ਤੇ ਜਿਹੜੇ ਆ ਕਹਿੰਦਾ ਜਨਰੇਟਿੰਗ ਸਟੇਸ਼ਨਸ ਜਿਹੜੇ ਆ ਲੋਡ ਸੈਂਟਰਸ ਤੋਂ ਦੂਰ ਹੁੰਦੇ ਆ, ਇਸ ਕਰਕੇ ਦਾ ਨੈਟਵਰਕ ਦੈਟ transmits and delivers power from the producers to the consumer is called transmission system। ਹੁਣ ਇਸ ਕਰਕੇ ਕਹਿੰਦਾ ਕਿ ਜਿਹੜੀ ਪਾਵਰ ਜਨਰੇਟ ਕੀਤੀ ਉੱਥੋਂ ਲੈ ਕੇ ਜਿਹੜੀ ਕੰਜ਼ਿਊਮਰ ਤੱਕ ਆਪਾਂ ਪਾਵਰ ਟਰਾਂਸਮਿਟ ਕੀਤੀ ਉਹਨੂੰ ਆਪਾਂ ਟਰਾਂਸਮਿਸ਼ਨ ਸਿਸਟਮ ਕਹਿੰਦੇ ਆ। ਦਿਸ એનર્ਜੀ ਕੈਨ ਬੀ ਟਰਾਂਸਮਿਟਡ ਇਨ AC ਔਰ DC। ਕਿਸੇ ਵੀ ਫਾਰਮ ਦੇ ਵਿੱਚ ਆਪਾਂ ਇਹਨੂੰ ਟਰਾਂਸਮਿਟ ਕਰ ਸਕਦੇ ਹਾਂ, AC ਦੇ ਵਿੱਚ ਜਾਂ DC ਵਿੱਚ। ਟ੍ਰੈਡੀਸ਼ਨਲੀ AC ਕੈਨ ਬੀ ਯੂਜ਼ਡ ਫॉर years now, ਬਟ ਹਾਈ ਵੋਲਟੇਜ DC ਇਜ਼ ਰੈਪਿਡਲੀ ਗੇਨਿੰਗ ਪੋਪੂਲੈਰਿਟੀ। ਮਤਲਬ ਕਹਿੰਦਾ ਆਪਾਂ ਮੋਸਟਲੀ ਜਿਹੜਾ ਆ AC ਨੂੰ ਟਰਾਂਸਮਿਟ ਕਰਦੇ ਹਾਂ, ਪਰ ਕਹਿੰਦਾ ਅੱਜ ਕੱਲ੍ਹ ਕਈ ਜਗ੍ਹਾ 'ਤੇ ਆਪਾਂ DC ਵੋਲਟੇਜ ਵੀ ਟਰਾਂਸਮਿਟ ਕਰਦੇ ਹਾਂ, ਹਾਈ ਵੋਲਟੇਜ DC ਵੀ ਟਰਾਂਸਮਿਟ ਕਰਦੇ ਹੈਗੇ ਆ, ਬਟ ਆਪਾਂ ਮੋਸਟਲੀ ਜਿਹੜੇ ਆ AC ਜਿਹੜੀ ਉਹ ਟਰਾਂਸਮਿਟ ਕੀਤੀ ਜਾਂਦੀ ਹੈਗੀ ਆ। ਹੁਣ ਪੂਰੇ ਸਿਸਟਮ ਨੂੰ ਦੇਖੋ ਆਪਾਂ 3 ਹਿੱਸਿਆਂ ਡਿਵਾਈਡ ਕੀਤਾ। ਪਹਿਲਾ ਹੈ ਪਾਵਰ ਸਟੇਸ਼ਨਸ, ਦੂਜਾ ਹੈ ਟਰਾਂਸਮਿਸ਼ਨ ਸਿਸਟਮ, ਇਹਦੇ ਵਿੱਚ ਸਭ ਹੈ ਪ੍ਰਾਇਮਰੀ ਟਰਾਂਸਮਿਸ਼ਨ, ਤੇ ਦੂਜਾ ਹੈ ਸੈਕੰਡਰੀ ਟਰਾਂਸਮਿਸ਼ਨ, ਔਰ ਤੀਜਾ ਸਿਸਟਮ ਦਾ ਡਿਸਟ੍ਰੀਬਿਊਸ਼ਨ ਸਿਸਟਮ। ਇਹਨੂੰ ਆਪਾਂ ਗਾ ਫਰਦਰ ਪ੍ਰਾਇਮਰੀ ਡਿਸਟ੍ਰੀਬਿਊਸ਼ਨ ਤੇ ਸੈਕੰਡਰੀ ਡਿਸਟ੍ਰੀਬਿਊਸ਼ਨ ਵਿੱਚ ਡਿਵਾਈਡ ਕੀਤਾ ਹੈਗਾ। ਪਾਵਰ ਸਟੇਸ਼ਨ, ਹੁਣ ਪਾਵਰ ਸਟੇਸ਼ਨ ਕੀ ਹੈ? ਦ ਇਲੈਕਟ੍ਰਿਕ ਪਾਵਰ ਇਜ਼ ਕਾਮਨਲੀ generated at 11 kV in generating station in India and Europe, while in some cases generation voltage might be higher or lower। मतलब ਆਪਾਂ ਆਪਣੀ ਰਿਕੁਆਇਰਮੈਂਟ ਮੁਤਾਬਿਕ ਜ਼ਿਆਦਾ ਵੋਲਟੇਜ ਵੀ ਕਰ ਸਕਦੇ ਹਾਂ ਤੇ ਘੱਟ ਵੀ ਕਰ ਸਕਦੇ ਹਾਂ। Generating machines to be used in power station are available between 6 kilovolt to 25 kilovolt from some big manufacturers। मतलब ਕਹਿੰਦਾ ਆਮ ਤੌਰ ਤੇ ਕੰਪਨੀਆਂ ਜਿਹੜੀਆਂ ਜਨਰੇਟਰਸ ਬਣਾਉਂਦੀਆਂ, ਜਿਹਨੂੰ ਆਪਾਂ ਆਲਟਰਨੇਟਰ ਬਣਾਉਂਦੀਆਂ, ਉਹ 6 kV ਤੋਂ ਲੈ ਕੇ 25 kV ਤੱਕ ਹੀ ਬਣਾਉਂਦੀਆਂ ਹੈਗੀਆਂ। ਇਸ ਕਰਕੇ ਆਪਾਂ ਇਹਦੇ ਇਨਵਿਟਮੈਂਟ ਜਿਹੜੀ ਆ ਵੋਲਟੇਜ ਆ ਉਹ ਪਾਵਰ ਸਟੇਸ਼ਨ 'ਤੇ ਜਨਰੇਟ ਕਰਦੇ ਹੈਗੇ। ਮੋਸਟਲੀ ਆਪਾਂ ਵੈਸੇ 11 kV ਹੀ ਜਨਰੇਟ ਕਰਦੇ ਹਾਂ। ਪ੍ਰਾਇਮਰੀ ਟਰਾਂਸਮਿਸ਼ਨ, ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਨਰੇਟਿੰਗ ਵੋਲਟੇਜ ਇਜ਼ ਦੈਨ ਸਟੈਪਡ ਅਪ। ਪਹਿਲਾਂ ਆਪਾਂ ਹੁਣ ਜਨਰੇਟਿੰਗ ਸਟੇਸ਼ਨ 'ਤੇ ਵੋਲਟੇਜ ਜਨਰੇਟ ਕੀਤੀ, ਪਾਵਰ ਜਨਰੇਟ ਕੀਤੀ, ਉਹਦੀ ਜਿਹੜੀ ਵੋਲਟੇਜ ਆਪਾਂ ਹੁਣ ਸਟੈਪ ਅਪ ਕਰਦੇ ਹਾਂ। ਕਿੰਨੀ? 132, 220 kV, 400 kV ਔਰ 765 kV। ਇੰਨੀ ਵੋਲਟੇਜ ਤੱਕ ਆਪਾਂ ਵੋਲਟੇਜ ਜਿਹੜੀ ਸਟੈਪ ਅਪ ਕਰਦੇ ਹਾਂ। ਸਟੈਪਿੰਗ ਅਪ ਦਾ ਵੋਲਟੇਜ ਲੈਵਲ ਡਿਪੈਂਡਸ ਅਪਨ ਦਾ ਡਿਸਟੈਂਸ ਐਟ ਵਿਚ ਪਾਵਰ ਇਜ਼ ਟੂ ਬੀ ਟਰਾਂਸਮਿਟਡ। ਆਪਾਂ ਕਿੰਨੇ ਡਿਸਟੈਂਸ 'ਤੇ ਸਪਲਾਈ ਲੈ ਕੇ ਜਾਣੀ ਆ ਉਹ 'ਤੇ ਡਿਪੈਂਡ ਕਰਦੀ ਹੈ ਕਿੰਨੀ ਆਪਾਂ ਵੋਲਟੇਜ ਸਟੈਪ ਕਰਨੀ ਆ। ਦਾ ਲੌਂਗਰ ਦਾ ਡਿਸਟੈਂਸ ਹਾਇਰ ਵਿਲ ਬੀ ਦਾ ਵੋਲਟੇਜ ਲੈਵਲ। ਸਟੈਪ ਅਪ ਆਫ ਦਾ ਵੋਲਟੇਜ ਇਜ਼ ਟੂ ਰਿਡਿਊਸ ਦਾ I²R ਲੌਸਿਸ ਇਨ ਟਰਾਂਸਮਿਟਿੰਗ ਦਾ ਪਾਵਰ। ਕਹਿੰਦਾ ਆਪਾਂ ਕਿਉਂ ਵੋਲਟੇਜ ਸਟੈਪ ਅਪ ਕਰਦੇ ਹਾਂ? ਤਾਂ ਕਿ ਸਾਡੇ ਜਿਹੜੇ I²R ਲੌਸਿਸ ਘੱਟ ਜਾਣ। ਕਿਉਂ? ਦੇਖੋ, ਜਿੰਨੀ ਵੋਲਟੇਜ ਅਪ ਹੋਏਗੀ ਉਨੀ, ਕਿਉਂਕਿ ਪਾਵਰ ਇਕੁਅਲ ਟੂ √3 VI cos φ। ਹੁਣ ਜਿੰਨਾ ਵੋਲਟੇਜ ਵਧੇਗਾ ਉਨੀ I ਘਟੇਗੀ, ਜਿੰਨੀ I ਘਟੇਗੀ ਉਹਨਾਂ I² ਲੌਸਿਸ ਜਿਹੜੇ ਉਹ ਘਟਣਗੇ। ਐਂਡ ਦਿਸ ਸਟੇਜ ਇਜ਼ ਕਾਲਡ ਪ੍ਰਾਇਮਰੀ ਟਰਾਂਸਮਿਸ਼ਨ। ਤੇ ਇਸ ਸਟੇਜ ਨੂੰ ਆਪਾਂ ਪ੍ਰਾਇਮਰੀ ਟਰਾਂਸਮਿਸ਼ਨ ਕਹਿੰਦੇ ਹੈਗੇ ਆ। ਸੈਕੰਡ ਟਰਾਂਸਮਿਸ਼ਨ ਕੀ ਹੈ? ਦਾ ਵੋਲਟੇਜ ਇਜ਼ ਦਾ ਸਟੈਪ ਡਾਊਨ ਐਟ ਦਾ ਰਿਸੀਵਿੰਗ ਸਟੇਸ਼ਨ to 33
केवी और 66 केवी। हुण आपां क्योंकि अगे फरदर आपां सप्लाई लैके जानी कंज्यूमर तक हौली हौली, इस करके आपां ਉਹਦੀ हुण वोल्टेज जिहड़ी आ डाउन कर रहे हैं क्योंकि डिस्टेंस घट गया, वोल्टेज भी डाउन कर दी। सैकेंडरी ट्रांसमिशन लाइन emerged फ्रॉम दिस रिसीविंग स्टेशन टू कनैक्ट सब स्टेशन लोकेटेड नीयर लोड सेंटर्स। हुण कहंदा इत्थों आपां सैकेंडरी ट्रांसमिशन लाइनस जिहड़ियां आपां लगाणियां शुरू करदे हां, जिहड़ियां कि साडे लोड सेंटर के लागे जिहड़े आपां सब स्टेशनस बनाया ਉਹਨੂੰ कनैक्ट करनियां। ਉਹਨਾਂ ਦੀ वोल्टेज ਜਿਹੜੀ ਆ सैकेंड ट्रांसमिशन ਦੇ ਆਪਾਂ 33 kV और 66 kV ਰੱਖਦੇ ਹਾਂ। ਹੁਣ ਆ ਗਿਆ प्राइमरी डिस्ट्रीब्यूशन। द वोल्टेज इज स्टेप डाउन अगेन टू 11 kV at a substation. Large industrial consumers can be supplied at 11 kV directly from these substations. Also feeder emerge from these substations. This stage is called ਐਜ਼ ਪ੍ਰਾਇਮਰੀ ਡਿਸਟ੍ਰੀਬਿਊਸ਼ਨ। मतलब ਕਹਿੰਦਾ ਹੁਣ ਆਪਾਂ ਜਿਹੜੀ 33 kV ਔਰ 66 kV ਵੋਲਟੇਜ ਲੈ ਕੇ ਆਏ ਸੀਗੇ ਤਾਂ ਉਹਨੂੰ ਇਸ ਪਾਰਟੀਕੂਲਰ ਜਗ੍ਹਾ ਤੇ ਜਾ ਕੇ ਆਪਾਂ ਉਹਨੂੰ 11 kV ਤੇ ਸਟੈਪ ਡਾਊਨ ਕੀਤਾ। ਇਹ ਜਿਹੜੀ 11 kV ਸਬਸਟੇਸ਼ਨ ਜਿਹੜੀ ਵੋਲਟੇਜ ਆ ਇਹ ਆਪਾਂ ਹੁਣ ਇੰਡਸਟਰੀਅਲ ਪਰਪਸ ਲਈ ਯੂਜ਼ ਕਰਨੀ ਆ ਜਾਂ ਕਿਸੇ ਇੰਸਟੀਚਿਊਟ ਨੂੰ ਦੇਣੀ ਆ ਜਾਂ ਕਿਸੇ ਹੋਰ ਪਰਪਸ ਲਈ ਕਲੋਨੀਜ਼ ਦੇ ਵਿੱਚ ਲੈ ਕੇ ਜਾਣੀ ਆ। ਉਹ ਜਿਹੜੀ ਵੋਲਟੇਜ ਆਪਾਂ ਲੈ ਕੇ ਜਾ ਰਹੇ ਆ ਕਿੱਥੇ ਸੈਕੰਡਰੀ ट्रांसमिशन तो बाद जी आप वोल्टेज अगे 11 kV लैके जानी है, दैट इज़ कॉल्ड प्राइमरी डिस्ट्रीब्यूशन। सैकेंडरी डिस्ट्रीब्यूशन। हुण सैकेंडरी डिस्ट्रीब्यूशन की आ द फीडर आर ईदर ओवरहेड लाइन्स और अंडरग्राउंड केबल्स विच कैरी पावर क्लोज टू द लोड पॉइंट्स, मतलब एंड कंज्यूमर। हुण आपां 11 kV तो स्टैप डाउन करके ਆਪਾਂ ਕੰਜ਼ਿਊਮਰ ਤੱਕ ਜਿਹੜੀ ਸਪਲਾਈ ਪਹੁੰਚਾਉਂਦੇ ਆ ਉਹਨੂੰ ਆਪਾਂ ਸੈਕੰਡਰੀ ਡਿਸਟ੍ਰੀਬਿਊਸ਼ਨ ਕਹਿੰਦੇ ਆ ਸਿੱਧੇ ਲਫ਼ਜ਼ਾਂ 'ਚ। ਫਾਈਨਲੀ ਦ ਵੋਲਟੇਜ ਇਜ਼ ਸਟੈਪ ਡਾਊਨ ਟੂ 415 ਜਾਂ 440 ਵੋਲਟਸ ਬਾਈ ਅ ਪੋਲ ਮਾਊਂਟਡ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਐਂਡ ਡਿਲੀਵਰ ਟੂ ਦਾ ਡਿਸਟ੍ਰੀਬਿਊਟਰ। ਹੁਣ ਡਿਸਟ੍ਰੀਬਿਊਟਰ ਐਂਡ ਆ ਗਿਆ, ਆਪਾਂ ਪੋਲ ਮਾਊਂਟਡ ਸਬਸਟੇਸ਼ਨ ਲਾਏ ਹੋਏ ਆ, ਉੱਥੋਂ 11 kV ਸਟੈਪ ਡਾਊਨ ਕੀਤੀ ਕੰਜ਼ਿਊਮਰ ਨੂੰ ਦੇਤੀ। ਆਪਾਂ ਪੋਲ ਮਾਊਂਟਡ ਸਬਸਟੇਸ਼ਨ ਲਾਏ ਆ, 3 ਫੇਜ਼ ਸਪਲਾਈ ਸਟੈਪ ਡਾਊਨ ਕੀਤੀ 400 ਵੋਲਟਸ ਦੇ ਵਿੱਚ 440 ਵੋਲਟ ਦੇ ਵਿੱਚ ਸਟੈਪ ਡਾਊਨ ਕਰਕੇ ਕੰਜ਼ਿਊਮਰ ਨੂੰ ਦੇਤੀ, ਕਿਸੇ ਕਲੋਨੀ ਨੂੰ ਦੇਤੀ। दैट इज़ सैकेंडरी डिस्ट्रीब्यूशन। मतलब प्राइमरी डिस्ट्रीब्यूशन तो बाद सैकेंडरी डिस्ट्रीब्यूशन और ਉਹਦੀ वोल्टेज ਜਿਹੜੀ ਆ ਉਹ 440/220 वोल्ट ਆਪਾਂ ਰੱਖਾਂਗੇ। मतलब ਮੀਨ 440 ਜਾਂ 220 ਵੋਲਟ ਜਿਹੜੀ ਸਪਲਾਈ ਆ ਸਿੰਗਲ ਫੇਸ ਤੇ 3 ਫੇਸ ਜਿੰਨੀ ਵੀ ਆਪਾਂ ਨੂੰ ਰਿਕੁਆਇਰਮੈਂਟ ਹੈਗੀ ਕੰਜ਼ਿਊਮਰ ਦੀ ਉਸ ਹਿਸਾਬ ਨਾਲ ਆਪਾਂ ਜਿਹੜੀ ਦਿੰਦੇ ਆ ਉਹਨੂੰ ਕਰਨੇ ਆਪਾਂ ਸੈਕੰਡਰੀ डिस्ट्रीब्यूशन।